TVN देखण वाले समुचे दर्शकों ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਮੂਸੇਵਾਲਾ ਦੇ ਕਤਲ ਦੀ ਜਾਂਚ ਲਈ 3 ਮੈਂਬਰੀ ਸਿੱਟ ਦਾ ਗਠਨ। ਮੂਸੇਵਾਲਾ ਦੇ ਕਤਲ ਤੋਂ ਬਾਅਦ DGP ਨੇ ਕੀਤੇ ਕੁਝ ਵੱਡੇ ਅਤੇ ਅਹਿਮ ਖੁਲਾਸੇ। ਮੂਸੇਵਾਲਾ ਕਤਲ ਕਾਂਡ ਵਿੱਚ ਆਇਆ ਇੱਕ ਹੋਰ ਨਵਾਂ ਮੋੜ, 2 ਦਿਨ ਵਿੱਚ ਬਦਲਾ ਲੈਣ ਦੀ ਧਮਕੀ। ਮੂਸੇਵਾਲੇ ਦੀ ਮੌਤ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਈ। ਪਿੰਡ ਮੂਸਾ ਸਮੇਤ ਦੁਨੀਆ ਭਰ ਵਿੱਚ ਅਤੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਅਤੇ ਆਪ ਵਿਧਾਇਕਾ ਜੀਵਨਜੋਤ ਕੌਰ ਨੂੰ ਮਿਲੀ ਧਮਕੀ। ਦੋਸਤੋ, ਇਹ ਕੁਝ ਜਾਣਕਾਰੀਆਂ ਰਲਾ ਮਿਲਾ ਕੇ ਅੱਜ ਆਪਣੇ ਪ੍ਰੋਗਰਾਮ ਦੌਰਾਨ ਗੱਲਬਾਤ ਦਾ ਆਧਾਰ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਮਸਲਿਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਵੇਖ ਲੈਣਾ, ਸੁਣ ਲੈਣਾ। ਜੇਕਰ ਜਾਣਕਾਰੀਆਂ ਪੁਖਤਾ ਲੱਗੀਆਂ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਹੁਣ ਦੋਸਤੋ, ਅੱਜ ਕੋਈ ਅਖਬਾਰ ਛੋਟਾ ਵੱਡਾ ਹੈ, ਹਰ ਇੱਕ ਮੀਡੀਆ ਆਊਟਲੈਟ ਦੇ ਉੱਤੇ ਸਿਰਫ ਇੱਕੋ ਹੀ ਗੱਲ ਹੋ ਰਹੀ ਹੈ। ਉਹ ਹੈ ਪੰਜਾਬ ਦੇ ਵਿੱਚ ਮਸ਼ਹੂਰ ਅਤੇ ਬਹੁਤ ਚਰਚਿਤ ਗਾਇਕ ਕਲਾਕਾਰ ਸਿੱਧੂ ਮੂਸੇਵਾਲੇ ਦਾ ਕਤਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਦੇ DGP VK ਭਾਵਰਾ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਇੰਸਪੈਕਟਰ ਜਨਰਲ ਆਫ ਪੁਲਿਸ ਬਠਿੰਡਾ ਰੇਂਜ ਪ੍ਰਦੀਪ ਯਾਦਵ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਪ੍ਰਭਾਵੀ ਅਤੇ ਤੇਜ਼ੀ ਨਾਲ ਜਾਂਚ ਨੂੰ ਯਕੀਨੀ ਬਣਾਉਣ ਦੇ ਵਾਸਤੇ ਜਾਣਕਾਰੀ ਦਿੱਤੀ ਹੈ ਕਿ ਇੱਕ ਸਿੱਟ ਟੀਮ ਦਾ ਗਠਨ ਕਰ ਦਿੱਤਾ ਹੈ ਅਤੇ ਇਸ ਟੀਮ ਦੇ ਵਿੱਚ 3 ਮੈਂਬਰ ਹੋਣਗੇ। ਸਿੱਟ ਮੈਂਬਰਾਂ ਦੇ ਵਿੱਚ SP ਇਨਵੈਸਟੀਗੇਸ਼ਨ ਮਾਨਸਾ ਧਰਮਵੀਰ ਸਿੰਘ, DSP ਇਨਵੈਸਟੀਗੇਸ਼ਨ ਬਠਿੰਡਾ ਵਿਸ਼ਵਜੀਤ ਸਿੰਘ ਅਤੇ ਇੰਚਾਰਜ CIA ਮਾਨਸਾ ਪ੍ਰਿਥੀਪਾਲ ਸਿੰਘ ਸ਼ਾਮਲ ਨੇ। ਮੂਸੇਵਾਲਾ ਦੇ ਕਤਲ ਦੇ ਵਿੱਚ ਕੌਣ ਨੇ ਕੌਣ ਨਹੀਂ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਤਸਵੀਰ ਕਾਫੀ ਸਾਫ਼ ਹੋ ਜਾਣੀ ਹੈ। ਪਰ ਅੱਜ ਵੀ ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਸਿੱਧੂ ਮੂਸੇਵਾਲੇ ਦੇ ਕਤਲ ਦੇ ਨਾਲ ਜੁੜੀਆਂ ਹੋਈਆਂ ਨੇ, ਜਿਨ੍ਹਾਂ ਨੂੰ ਆਪਾਂ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਸ਼ਾਮਲ ਕਰਨਾ ਹੈ। ਹੁਣ 2 ਵਿਅਕਤੀਆਂ, ਗੁਰਵਿੰਦਰ ਸਿੰਘ ਉਹਨਾਂ ਦੇ ਗੁਆਂਢੀ ਸੀ ਅਤੇ ਗੁਰਪ੍ਰੀਤ ਸਿੰਘ ਉਹਨਾਂ ਦੇ ਚਚੇਰੇ ਭਰਾ ਸੀ। ਤਕਰੀਬਨ 4:30 ਵਜੇ ਦੇ ਕਰੀਬ ਆਪਣੇ ਘਰੋਂ ਨਿਕਲੇ ਸੀ। ਕੁਝ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਵਕਤ ਮੂਸੇਵਾਲਾ ਆਪਣੀ ਥਾਰ ਨੂੰ ਆਪ ਚਲਾ ਰਹੇ ਸੀ ਅਤੇ ਜਾਣਕਾਰੀ ਮਿਲੀ ਸੀ ਕਿ ਉਸ ਵਕਤ ਮੂਸੇਵਾਲਾ ਆਪਣੀ ਕਿਸੇ ਰਿਸ਼ਤੇਦਾਰੀ ਜਿਹੜੀ ਕਿ ਪਿੰਡ ਖਾਰਾ ਜ਼ਿਲ੍ਹਾ ਬਰਨਾਲਾ 'ਚ ਦੱਸੀ ਜਾ ਰਹੀ ਹੈ, ਉਧਰ ਨੂੰ ਜਾ ਰਹੇ ਸੀ ਤੇ ਪਿੰਡ ਜਵਾਹਰਕੇ ਦੇ ਨੇੜੇ ਅਣਹੋਣੀ ਵਾਪਰੀ ਹੈ। ਪੰਜਾਬ ਪੁਲਿਸ ਦੇ DGP ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਗੱਲ ਸਾਫ਼ ਕੀਤੀ ਕਿ ਜਦੋਂ ਮੂਸੇਵਾਲਾ ਤੇ ਉਹਦੇ ਸਾਥੀ ਪਿੰਡ ਜਵਾਹਰਕੇ ਪਹੁੰਚੇ ਤਾਂ ਉਹਨਾਂ ਦੇ ਪਿੱਛੇ ਇੱਕ ਚਿੱਟੇ ਰੰਗ ਦੀ ਕਰੋਲਾ ਗੱਡੀ ਆਉਂਦੀ ਹੈ ਅਤੇ ਉਹਨਾਂ ਨੂੰ ਸਾਹਮਣੇ ਤੋਂ 2 ਗੱਡੀਆਂ, ਇੱਕ ਚਿੱਟੇ ਰੰਗ ਦੀ ਬਲੈਰੋ ਅਤੇ ਇੱਕ ਡਾਰਕ ਗ੍ਰੇ ਸਕੋਰਪੀਓ, ਉਹ ਘੇਰਾ ਪਾਉਂਦੀ ਹੈ ਤੇ ਉਹ ਫਿਰ ਤਾਬੜਤੋੜ ਗੋਲੀਆਂ ਦਾ ਮੀਂਹ ਵਰਾਉਂਦੇ ਨੇ। ਸਿੱਧੂ ਮੂਸੇਵਾਲਾ ਤੇ ਉਹਦੇ ਸਾਥੀਆਂ ਦੇ ਉੱਤੇ ਭਾਰੀ ਗੋਲੀਬਾਰੀ ਕਰ ਦਿੱਤੀ ਜਾਂਦੀ ਹੈ ਤੇ ਗੋਲੀਆਂ ਲੱਗਣ ਦੇ ਕਾਰਨ ਉਹ ਜ਼ਖਮੀ ਹੁੰਦੇ ਨੇ। ਤੇ ਉਹਨਾਂ ਨੇ ਇਹ ਵੀ ਆਖਿਆ ਕਿ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤੇ ਤਿੰਨਾਂ ਨੂੰ ਸਿਵਲ ਹਸਪਤਾਲ ਮਾਨਸਾ ਲਿਜਾਇਆ ਜਾਂਦਾ ਹੈ, ਜਿੱਥੇ ਸਿੱਧੂ ਮੂਸੇਵਾਲਾ ਨੂੰ ਮ੍ਰਿਤਕ ਐਲਾਨਿਆ ਜਾਂਦਾ ਹੈ। ਇੱਕ ਵੀਡੀਓ ਵੀ ਤੁਸੀਂ ਵੇਖੀ ਹੋਣੀ ਹੈ ਔਰ ਇਹਦੇ ਉੱਤੇ ਮੈਂ ਟਿੱਪਣੀ ਕਰਨੀ ਚਾਹੁੰਦਾ। ਭਾਵੇਂ ਗੋਲੀ ਲੱਗਦੀ ਹੈ, ਭਾਵੇਂ ਅਸੀਂ ਰਸਤੇ ਦੇ ਵਿੱਚ ਜ਼ਖਮੀ ਹੁੰਦੇ ਹਾਂ, ਬਹੁਤ ਸਾਰੇ ਬੰਦੇ ਬਚ ਸਕਦੇ ਆ ਜਾਂ ਬਚਾਏ ਜਾ ਸਕਦੇ ਆ। ਮੈਂ ਬੜੀ ਵਾਰੀ ਤੁਹਾਨੂੰ ਆਖਿਆ ਕਿ ਵੀਡੀਓ ਬਣਾਉਣ ਵਾਲਾ ਕੰਮ ਤਿਆਗੋ। ਹੁਣ ਉੱਥੇ ਵੀ ਜਿਹੜੇ ਕੁਝ ਚਸ਼ਮਦੀਦ ਨੇ ਉਹ ਦੱਸ ਰਹੇ ਨੇ, ਜਿਨ੍ਹਾਂ ਨੇ ਸਭ ਕੁਝ ਅੱਖੀਂ ਤੱਕਿਆ, ਕਿ ਅਸੀਂ ਕਹਿੰਦੇ ਰਹੇ ਕਿ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਲੱਗ ਗਈਆਂ, ਚਲੋ ਕੋਈ ਗੱਡੀ ਲੈ ਆਓ, ਆਪਾਂ ਇਹਨਾਂ ਨੂੰ ਹਸਪਤਾਲ ਲੈ ਚਲੀਏ। ਕਰੋੜਾਂ ਦੀ ਗਿਣਤੀ ਵਿੱਚ ਉਹਨਾਂ ਨੂੰ ਚਾਹੁਣ ਵਾਲੇ ਤੇ ਆਪਣੇ ਘਰ ਤੋਂ ਸਿਰਫ 5 ਕਿਲੋਮੀਟਰ ਦੀ ਦੂਰ ਇਹ ਭਾਣਾ ਵਾਪਰਦਾ ਹੈ। ਨਾ ਤਾਂ ਕੋਈ ਕਹਿੰਦੇ ਗੱਡੀ ਲੈਣ ਗਿਆ ਤੇ ਨਾ ਉਹਨਾਂ ਨੂੰ ਗੱਡੀ ਵਿੱਚੋਂ ਕੱਢਣ ਵਾਸਤੇ ਕੋਈ ਹੱਥ ਪਵਾਉਣ ਨੂੰ ਤਿਆਰ ਸੀ, ਪਰ ਸਾਰੇ ਵੀਡੀਓ ਬਣਾਉਣ ਨੂੰ ਜ਼ਰੂਰ ਤਿਆਰ ਸੀ ਔਰ ਵੀਡੀਓ ਬਣਾ ਵੀ ਰਹੇ ਸੀ। ਹੁਣ ਤੁਸੀਂ ਦੇਖੋ ਕਿ ਉਹਨਾਂ ਦਾ ਚਚੇਰਾ ਭਰਾ ਵੀ ਤੇ ਉਹਨਾਂ ਦਾ ਮਿੱਤਰ ਵੀ ਜ਼ਖਮੀ ਹੁੰਦਾ ਹੈ, ਉਹਨਾਂ ਨੂੰ ਵੀ ਨਾਲ ਹਸਪਤਾਲ ਵਿੱਚ ਲਿਜਾਇਆ ਜਾਂਦਾ ਹੈ ਤੇ ਪਟਿਆਲਾ ਰੈਫਰ ਕਰ ਦਿੱਤਾ ਜਾਂਦਾ ਤੇ ਉਹਨਾਂ ਦੇ ਵਿੱਚੋਂ ਵੀ ਇੱਕ ਦੀ ਜਾਨ ਜਾਣ ਦੀ ਖਬਰ ਹੈ। ਹੁਣ ਸਿੱਧੂ ਮੂਸੇਵਾਲੇ ਦੀ 1 ਦਿਨ ਪਹਿਲਾਂ ਹੀ ਸੁਰੱਖਿਆ ਵਾਪਸ ਲਈ ਗਈ ਸੀ। ਇਸ ਮਸਲੇ ਤੇ ਵੀ DGP ਨੂੰ ਸਵਾਲ ਪੁੱਛੇ ਗਏ। ਉਹ ਕਹਿੰਦੇ ਘੱਲੂਘਾਰਾ ਹਫਤਾ ਰਿਹਾ
ਉਹਦੇ ਮੱਦੇਨਜ਼ਰ ਪੁਲਿਸ ਨੇ ਅਮਨ ਕਾਨੂੰਨ ਦੀ ਡਿਊਟੀ ਲਈ ਸਿੱਧੂ ਮੂਸੇਵਾਲਾ ਦੇ ਸਿਰਫ 2 ਸੁਰੱਖਿਆ ਮੁਲਾਜ਼ਮ ਆਰਜ਼ੀ ਤੌਰ ਤੇ ਵਾਪਸ ਲਏ ਸੀ। ਮੈਨੂੰ ਲੱਗਦਾ ਕਿ ਇੱਥੇ ਝੂਠ ਬੋਲਿਆ ਜਾ ਰਿਹਾ ਹੈ, ਪਰ ਜੋ ਵੀ ਮੈਂ ਤੁਹਾਨੂੰ ਉਹ ਦੱਸ ਰਿਹਾ ਜੋ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਆਖਿਆ। ਨਾਲ ਕਹਿੰਦੇ ਕਮਾਂਡੋ ਦੇ ਜਿਹੜੇ 2 ਹੋਰ ਪੁਲਿਸ ਮੁਲਾਜ਼ਮ ਸੀ ਕਮਾਂਡੋ ਬਟਾਲੀਅਨ ਦੇ, ਉਹ ਹਾਲੇ ਵੀ ਸਿੱਧੂ ਮੂਸੇਵਾਲਾ ਦੇ ਨਾਲ ਸੀ, ਪਰ ਜਦੋਂ ਉਹ ਘਰੋਂ ਨਿਕਲਦੇ ਆ ਤਾਂ ਉਸ ਵਕਤ ਸਿੱਧੂ ਦੇ ਨਾਲ ਇਹ ਦੋਵੇਂ ਪੁਲਿਸ ਮੁਲਾਜ਼ਮ ਉਹਨਾਂ ਦੇ ਗਨਮੈਨ ਨਹੀਂ ਆਉਂਦੇ। ਅਤੇ ਇਹ ਤੋਂ ਵੀ ਅਗਲੀ ਗੱਲ, ਉਹ ਆਪਣੀ ਬੁਲਟ ਪ੍ਰੂਫ ਗੱਡੀ ਵੀ ਨਾ ਕੇ ਨਹੀਂ ਜਾਂਦੇ। ਡੀਜੀਪੀ ਨੇ ਆਖਿਆ ਕਿ ਪਹਿਲੀ ਨਜ਼ਰੇ ਲਾਰੈਂਸ ਬਿਸ਼ਨੋਈ ਗਰੁੱਪ ਅਤੇ ਲੱਕੀ ਪਟਿਆਲ ਗਰੁੱਪ ਦੇ ਵਿਚਕਾਰ ਅੰਤਰਗਰੋਹ ਦੁਸ਼ਮਣੀ ਜਾਪਦੀ ਹੈ। ਉਹਨਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਗਰੁੱਪ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਹੈ ਅਤੇ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਉਹਨਾਂ ਨੇ ਦੱਸਿਆ ਕਿ ਅਸੀਂ ਬਦਲਾ ਲਿਆ ਹੈ। ਦੱਸਣਾ ਬਣਦਾ ਕਿ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਮਾਮਲੇ ਵਿੱਚ 3 ਸ਼ੂਟਰ ਸਨੀ, ਅਨਿਲ ਲੱਠ ਅਤੇ ਭੋਲੂ, ਇਹ ਸਾਰੇ ਹਰਿਆਣਾ ਦੇ ਰਹਿਣ ਵਾਲੇ ਹੈ। ਇਹਨਾਂ ਨੂੰ ਪਹਿਲਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ, ਜਦ ਕਿ ਇੱਕ ਹੋਰ ਮੁਲਜ਼ਮ ਜਿਸ ਦੀ ਪਛਾਣ ਸ਼ਗਨਪ੍ਰੀਤ ਵਜੋਂ ਹੋਈ ਸੀ, ਉਹ ਦੱਸਣਾ ਬਣਦਾ ਕਿ ਸਿੱਧੂ ਮੂਸੇਵਾਲਾ ਦਾ ਮੈਨੇਜਰ ਸੀ। ਬੀਤੇ ਦਿਨੀ ਮੋਹਾਲੀ ਦੇ ਵਿੱਚ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਸੀ ਕਿ ਇੱਕ ਪੰਜਾਬੀ ਦਾ ਵੱਡਾ ਕਲਾਕਾਰ ਹੈ, ਉਹਦਾ ਇੱਕ ਨੇੜੇ ਦਾ ਦੋਸਤ ਹੈ ਤੇ ਉਹਨੂੰ ਆਸਟ੍ਰੇਲੀਆ ਵੀ ਛੱਡ ਆਇਆ ਹੈ ਅਤੇ ਉਹਨਾਂ ਨੇ ਵੀ ਇਸ ਦੇ ਖੁਲਾਸੇ ਕੁਝ ਕੁ ਮਹੀਨੇ ਪਹਿਲਾਂ ਕੀਤੇ ਸੀ। ਹੁਣ ਉਹ ਕਹਿੰਦੇ ਉਹਨਾਂ ਦਾ ਮੈਨੇਜਰ ਸੀ। ਵਿੱਕੀ ਦੇ ਕਤਲ ਸੰਬੰਧੀ FIR ਵਿੱਚ ਉਹਨੂੰ ਮੁਲਜ਼ਮ ਦੇ ਵਜੋਂ ਨਾਮਜ਼ਦ ਵੀ ਕੀਤਾ ਹੋਇਆ ਹੈ। ਸ਼ਗਨਪ੍ਰੀਤ ਇਸ ਵਕਤ ਆਸਟ੍ਰੇਲੀਆ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਉਸ ਦੀ ਹਾਲੇ ਵੀ ਭਾਲ ਦੇ ਵਿੱਚ ਹੈ। ਡੀਜੀਪੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਮੁੱਢਲੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮੂਸੇਵਾਲਾ ਦੇ ਉੱਤੇ ਜਿਹੜਾ ਹਮਲਾ ਹੋਇਆ ਹੈ ਉਹ ਤਕਰੀਬਨ 8 ਵਿਅਕਤੀ ਸੀ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ। ਪੁਲਿਸ ਨੂੰ ਜਿਸ ਥਾਂ ਦੇ ਉੱਤੇ ਇਹ ਸਾਰੀ ਘਟਨਾ ਵਾਪਰੀ ਆ ਉੱਥੋਂ ਕੁਝ ਖੋਲ ਚੱਲੇ ਹੋਏ ਮਿਲੇ ਨੇ। ਏਸ਼ੀਅਨ 94 ਰਾਈਫਲ ਦੇ ਕਾਰਤੂਸ ਉਹਦੇ ਖੋਲ ਪ੍ਰਾਪਤ ਹੋਏ ਨੇ। ਪੰਜਾਬ ਦੇ ਵਿੱਚ ਏਸ਼ੀਅਨ 94 ਰਾਈਫਲ ਦੀ ਵਰਤੋਂ ਮੈਂ ਦੱਸਦਾ ਤੁਹਾਨੂੰ ਆਮ ਤੌਰ ਤੇ ਕੀਤੀ ਨਹੀਂ ਜਾਂਦੀ। AN 94 ਰੂਸੀ ਅਸਾਲਟ ਰਾਈਫਲਾਂ ਦੇ ਵਿੱਚੋਂ 1994 ਦਾ ਇੱਕ ਮਾਡਲ ਹੈ। ਇਹਨੂੰ ਅਸਲ ਦੇ ਵਿੱਚ ਜਿਹੜੀਆਂ AK ਭਾਵੇਂ 47 ਕਹੋ, 74 ਕਹੋ, 56 ਕਹੋ, ਉਹਨਾਂ ਦੇ ਬਦਲ ਦੇ ਵਜੋਂ ਪੇਸ਼ ਕੀਤਾ ਗਿਆ ਸੀ। ਪਰ ਰਾਈਫਲ ਦਾ ਜਿਹੜਾ ਡਿਜ਼ਾਈਨ ਹੈ ਕਾਫੀ ਗੁੰਝਲਦਾਰ ਹੋਣ ਦੇ ਕਾਰਨ ਇਹਨੂੰ ਕਿਸੇ ਵਿਸ਼ੇਸ਼ ਮਿਸ਼ਨ ਦੇ ਵਿੱਚ ਕਹਿੰਦੇ ਵਰਤਿਆ ਜਾਂਦਾ ਹੈ। AN 94 ਦੇ ਵਿੱਚੋਂ 1800 ਕਾਰਤੂਸ ਪ੍ਰਤੀ ਮਿੰਟ, ਤੁਸੀਂ ਦੇਖ ਲਓ ਕਿ 1800 ਕਾਰਤੂਸ ਪ੍ਰਤੀ ਮਿੰਟ ਇੱਕੋ ਵੇਲੇ 2 ਸ਼ਾਟ ਬਰਸਟਾਂ ਦੇ ਨਾਲ ਨਿਕਲ ਸਕਦੇ ਆ। ਡੀਜੀਪੀ ਨੇ ਦੱਸਿਆ ਕਿ ਅਸਲ ਦੇ ਵਿੱਚ ਪਹਿਲੀ ਨਜ਼ਰੇ ਤਾਂ ਇਹ ਗੈਂਗਵਾਰ ਦਾ ਨਤੀਜਾ ਲੱਗਦਾ ਹੈ। IG ਬਠਿੰਡਾ ਰੇਂਜ ਪ੍ਰਦੀਪ ਯਾਦਵ, SSP ਮਾਨਸਾ ਗੌਰਵ ਤੂਰਾ ਅਤੇ SSP ਬਠਿੰਡਾ ਨੂੰ ਮਾਨਸਾ ਦੇ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹੈ, ਜਦੋਂ ਕਿ ADGP ਕਾਨੂੰਨ ਅਤੇ ਵਿਵਸਥਾ ਦੇ ਵੱਲੋਂ ਮੂਸੇਵਾਲਾ ਦੇ ਕਾਤਲਾਂ ਨੂੰ ਫੜਨ ਲਈ ਲੋੜੀਂਦੀ ਫੋਰਸ ਵੀ ਜੁਟਾਏ ਜਾਣ ਦੀ ਖਬਰ ਦਿੱਤੀ ਗਈ ਹੈ। ਸੂਤਰਾਂ ਤੋਂ ਜਾਣਕਾਰੀ ਇਹ ਮਿਲੀ ਹੈ ਕਿ ਤਕਰੀਬਨ ਹਮਲਾਵਰਾਂ ਨੇ ਮੂਸੇਵਾਲਾ ਦੀ ਗੱਡੀ ਤੇ 40 ਦੇ ਤਕਰੀਬਨ ਫਾਇਰ ਕੀਤੇ ਨੇ, ਜਿਸ ਦੇ ਵਿੱਚੋਂ ਸਿੱਧੂ ਮੂਸੇਵਾਲਾ ਨੂੰ ਕਹਿੰਦੇ 20 ਗੋਲੀਆਂ ਲੱਗੀਆਂ ਨੇ। ਹੁਣ ਤੁਸੀਂ ਦੇਖ ਲਓ ਕਿ ਦਿਨ ਦਿਹਾੜੇ ਇਹ ਭਾਣਾ ਵਾਪਰਿਆ ਔਰ ਉਹਦੇ ਘਰ ਦੇ ਨੇੜੇ ਵਾਪਰਿਆ। ਅੱਗੇ ਚੱਲ ਕੇ ਗੱਲ ਕਰਾਂਗੇ ਕਿ ਇਸ਼ਾਰੇ ਕਿੱਧਰ ਨੂੰ ਕਰਦਾ ਹੈ, ਪਰ ਇਸ ਕਤਲ ਕਾਂਡ ਦੇ ਵਿੱਚ ਕਤਲ ਹੋਣ ਤੋਂ ਕੁਝ ਘੰਟੇ ਬਾਅਦ ਹੀ ਕਾਫੀ ਮੋੜ ਨਹੀਂ ਸਗੋਂ ਕੂਹਣੀ ਮੋੜ ਆਏ ਨੇ। ਹੁਣ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਲਾਰੈਂਸ ਬਿਸ਼ਨੋਈ ਗਰੁੱਪ ਨੇ। ਫੇਸਬੁੱਕ ਦੇ ਉੱਤੇ ਉਹਨਾਂ ਨੇ ਪੋਸਟ ਪਾਈ ਸੀ ਤੇ ਇਸ ਮਾਮਲੇ ਦੇ ਵਿੱਚ ਇੱਕ ਹੁਣ ਨਵਾਂ ਮੋੜ ਆ ਗਿਆ ਹੈ। ਮੂਸੇਵਾਲਾ ਦੀ ਮੌਤ ਦੀ ਜ਼ਿੰਮੇਵਾਰੀ ਲੈਣ ਵਾਲੇ ਲਾਰੈਂਸ ਬਿਸ਼ਨੋਈ ਗਰੁੱਪ ਨੂੰ ਬੰਬੀਹਾ ਗਰੁੱਪ ਨੇ ਹੁਣ ਧਮਕੀ ਦੇ ਦਿੱਤੀ ਹੈ। ਬੰਬੀਹਾ ਗਰੁੱਪ ਨੇ ਆਖਿਆ ਕਿ ਮੂਸੇਵਾਲੇ ਦੀ ਮੌਤ ਦਾ ਬਦਲਾ ਵੀ ਲਵਾਂਗੇ, ਪਰ ਟਾਈਮ ਨਹੀਂ ਪਾਵਾਂਗੇ, 2 ਦਿਨਾਂ ਦੇ ਵਿੱਚ ਬਦਲਾ ਲਵਾਂਗੇ। ਇਹਦਾ ਮਤਲਬ ਜਿਹੜੀ ਗੱਲ DGP ਸਾਹਿਬ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਆਖੀ ਹੈ ਕਿ ਮੂਸੇਵਾਲੇ ਦੀ ਮੌਤ ਗੈਂਗਵਾਰ ਦਾ ਨਤੀਜਾ ਹੈ। ਆ ਦੋਵੇਂ ਪੋਸਟਾਂ, ਇੱਕ ਪਾਸੇ ਲਾਰੈਂਸ ਬਿਸ਼ਨੋਈ ਗਰੁੱਪ ਅਤੇ ਦੂਸਰੇ ਪਾਸੇ ਬੰਬੀਹਾ ਗਰੁੱਪ, ਤਕਰੀਬਨ ਇਸ਼ਾਰੇ ਉਧਰ ਨੂੰ ਕਰ ਰਹੇ ਨੇ। ਹੁਣ ਮਸਲਾ ਇੱਥੇ ਹੀ ਨਹੀਂ, ਉਹ ਇੱਕ ਬਹੁਤ ਚਰਚਿਤ ਗਵਈਏ ਵੀ ਸੀ ਅਤੇ ਪਿਛਲੀ ਵਿਧਾਨ ਸਭਾ ਚੋਣ ਵੀ ਉਹਨਾਂ ਨੇ ਲੜੀ ਸੀ, ਕਾਂਗਰਸ ਦੇ ਵਿੱਚ ਵੀ ਸਨ। ਇਸ ਕਰਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਤੇ ਬੁਰੀ ਤਰ੍ਹਾਂ ਗਰਮਾ ਗਈ ਹੈ। ਹੁਣ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਹਿਲਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਟਵੀਟ ਕਰਦੇ ਨੇ ਕਿ ਮੈਂ ਇਸ ਘਟਨਾ ਤੋਂ ਦੁਖੀ ਹਾਂ।
ਜਿਹੜਾ ਵੀ ਇਸ ਘਟਨਾ ਦੇ ਵਿੱਚ ਸ਼ਾਮਲ ਹੋਇਆ ਉਹਨੂੰ ਬਖਸ਼ਿਆ ਨਹੀਂ ਜਾਊਗਾ। ਇਸ ਹੱਤਿਆ ਤੋਂ ਬਾਅਦ ਵਿਰੋਧੀ ਧਿਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੁਕੰਮਲ ਤੌਰ ਤੇ ਘੇਰ ਰਹੀ ਹੈ। ਕਾਂਗਰਸ ਦੇ ਸਾਬਕਾ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਹੈ ਕਿ ਸਿੱਧੂ ਮੂਸੇਵਾਲੇ ਦੀ ਹੱਤਿਆ ਲਈ ਹੋਰ ਕੋਈ ਨਹੀਂ, ਪੰਜਾਬ ਸਰਕਾਰ ਜ਼ਿੰਮੇਵਾਰ ਹੈ ਤੇ ਪੰਜਾਬ ਸਰਕਾਰ ਦੇ ਖਿਲਾਫ ਪਰਚਾ ਦਰਜ ਕਰਨਾ ਚਾਹੀਦਾ ਹੈ। ਮੈਂ ਪ੍ਰੋਗਰਾਮ ਪੰਜਾਬ ਬੋਲਦਾ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਇਹਦਾ ਮਤਲਬ ਜਿਹਦੀ ਸਰਕਾਰ ਉਹਦੇ ਖਿਲਾਫ ਪਰਚਾ, ਜੇ ਬੇਅੰਤ ਸਿੰਘ ਦਾ ਕਤਲ ਹੋਇਆ ਸੀ ਤਾਂ ਬੇਅੰਤ ਸਰਕਾਰ ਤੇ ਪਰਚਾ ਸੀ, ਰਾਜੀਵ ਗਾਂਧੀ ਦਾ ਕਤਲ ਹੋਇਆ ਸੀ ਤਾਂ ਰਾਜੀਵ ਗਾਂਧੀ ਸਰਕਾਰ ਤੇ ਪਰਚਾ ਸੀ। ਖੈਰ, ਮੈਂ ਉਹ ਦੱਸ ਰਿਹਾ ਜੋ ਆਖ ਰਹੇ ਨੇ। ਦੂਸਰੇ ਪਾਸੇ ਭਾਜਪਾ ਦੇ ਵਿੱਚ ਨਵੇਂ ਗਏ ਨੇ ਸੁਨੀਲ ਜਾਖੜ। ਉਹਨਾਂ ਨੇ ਵੀ ਮੂਸੇਵਾਲਾ ਦੀ ਹੱਤਿਆ ਨੂੰ ਜਿੱਥੇ ਬੇਹੱਦ ਹੈਰਾਨ ਕਰਨ ਵਾਲੀ ਘਟਨਾ ਆਖਿਆ ਹੈ, ਉਹਨਾਂ ਕਿਹਾ ਕਿ ਸਸਤਾ ਪ੍ਰਚਾਰ ਕਰਨ ਦੇ ਵਾਸਤੇ ਸੁਰੱਖਿਆ ਦੇ ਮੁੱਦਿਆਂ ਦੇ ਨਾਲ ਆਮ ਆਦਮੀ ਪਾਰਟੀ ਛੇੜਛਾੜ ਕਰ ਰਹੀ ਹੈ, ਇਸ ਕਰਕੇ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਭਾਜਪਾ ਦੇ ਜਨਰਲ ਸਕੱਤਰ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੁਰੱਖਿਆ ਵਰਗੇ ਅਤ ਸੰਵੇਦਨਸ਼ੀਲ ਮੁੱਦਿਆਂ ਤੇ ਵੀ ਸਿਆਸਤ ਕਰ ਰਹੀ ਹੈ। ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਮੈਨੂੰ ਤਾਂ ਹਾਲੇ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ। ਉਹ ਕਹਿੰਦੇ ਕਾਂਗਰਸ ਦਾ ਇੱਕ ਹੋਣਹਾਰ ਸਿਤਾਰਾ ਸੀ ਜਿਹੜਾ ਕਾਂਗਰਸ ਨੇ ਗਵਾ ਲਿਆ। ਨਾਲ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਨੇ ਨੈਤਿਕ ਆਧਾਰ ਗਵਾ ਲਿਆ। ਰਾਜਾ ਵੜਿੰਗ ਨੇ ਆਖਿਆ ਕਿ ਉਹ ਆਪਣੀ ਪਾਰਟੀ ਦੇ ਵਫਦ ਸਮੇਤ ਪੰਜਾਬ ਦੇ ਰਾਜਪਾਲ ਨੂੰ ਮਿਲਣਗੇ ਅਤੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਵਾਉਣ ਦੀ ਮੰਗ ਕਰਨਗੇ। ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਮੂਸੇਵਾਲਾ ਦੇ ਕਤਲ ਦੀ CBI, NIA ਜਾਂ ਕਿਸੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਤਰ੍ਹਾਂ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਵਿਜੇ ਸੰਪਲਾ ਨੇ ਕਿਹਾ ਕਿ ਸੁਰੱਖਿਆ ਵਾਪਸ ਲੈਣ ਤੇ ਸੁਰੱਖਿਆ ਵਾਪਸੀ ਦੇ ਅਤ ਗੁਪਤ ਪੱਤਰ ਸੀ ਜਿਹੜੇ ਉਹ ਜਨਤਕ ਕੀਤੇ ਗਏ ਤੇ ਉਹਦੇ ਤੋਂ ਅਗਲੇ ਦਿਨ ਮੂਸੇਵਾਲੇ ਦੀ ਹੱਤਿਆ ਹੁੰਦੀ ਹੈ, ਜਾਂਚ ਕੇਂਦਰੀ ਏਜੰਸੀ ਨੂੰ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਵੀ ਇਮਾਨਦਾਰੀ ਨਾਲ ਸੋਚਣਾ ਚਾਹੀਦਾ ਹੈ ਕਿ ਕੀ ਮੂਸੇਵਾਲੇ ਦੀ ਸੁਰੱਖਿਆ ਵਾਪਸ ਲੈਣ ਦਾ ਸਸਤਾ ਲੋਕ ਲਵਾਉਣਾ ਫੈਸਲਾ ਸਿੱਧੇ ਤੌਰ ਤੇ ਕਿਤੇ ਇਸ ਤਰਾਸਦੀ ਲਈ ਜ਼ਿੰਮੇਵਾਰ ਤਾਂ ਨਹੀਂ। ਹੁਣ ਇਸੇ ਤਰ੍ਹਾਂ ਬਹੁਤ ਸਾਰੇ ਹੋਰ ਆਗੂਆਂ ਨੇ ਵੀ ਆਪੋ ਆਪਣੀ ਬਿਆਨਬਾਜ਼ੀ ਕੀਤੀ ਹੈ ਤੇ ਆਖਰਕਾਰ ਕਿਸੇ ਵਿਅਕਤੀ ਦੀ ਜਾਨ ਗਈ ਹੈ। ਸੱਚਮੁੱਚ ਮਸਲਾ ਬਹੁਤ ਵੱਡਾ ਹੈ, ਕਿਸੇ ਨੂੰ ਤਾਂ ਇਹਦੀ ਜ਼ਿੰਮੇਵਾਰੀ ਲੈਣੀ ਪਊਗੀ। ਇਸ ਤਰ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਖਿਆ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। ਅਪਰਾਧੀਆਂ ਨੂੰ ਕਾਨੂੰਨ ਦਾ ਡਰ ਕੋਈ ਨਹੀਂ ਰਿਹਾ। ਪੰਜਾਬ ਦੇ ਵਿੱਚ ਸੁਰੱਖਿਅਤ ਕੋਈ ਵੀ ਨਹੀਂ। ਆਪ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਗਈ ਹੈ। ਇਸ ਤਰ੍ਹਾਂ ਰਾਹੁਲ ਗਾਂਧੀ ਨੇ ਵੀ ਮੂਸੇਵਾਲਾ ਦੇ ਕਤਲ ਤੇ ਅਫਸੋਸ ਵੀ ਪ੍ਰਗਟਾਇਆ ਹੈ ਅਤੇ ਆਪ ਸਰਕਾਰ ਦੀ ਬਰਖਾਸਤਗੀ ਦੀ ਮੰਗ ਕੀਤੀ ਹੈ। ਦੂਸਰੇ ਪਾਸੇ ਭਾਜਪਾ ਹੈੱਡਕੁਆਰਟਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਮੂਸੇਵਾਲਾ ਦੇ ਕਤਲ ਦੇ ਵਾਸਤੇ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਡਾ ਨੂੰ ਜ਼ਿੰਮੇਵਾਰ ਦੱਸਿਆ ਹੈ ਤੇ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕੀਤਾ ਮੂਸੇਵਾਲੇ ਦੇ ਕਤਲ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਉਹਨਾਂ ਨੇ ਲਿਖਿਆ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲਬਾਤ ਕੀਤੀ ਹੈ, ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ ਤੇ ਉਹਨਾਂ ਨੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਹੌਸਲਾ ਅਤੇ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਵੀ ਕੀਤੀ ਹੈ। ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਮਾਲਵਿੰਦਰ ਕੰਗ, ਉਹਨਾਂ ਨੇ ਆਖਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਵੀ ਕੀਤੀ ਜਾਏਗੀ ਕਿ ਕਿਵੇਂ ਹੱਤਿਆ ਹੋਈ, ਹੱਤਿਆ ਦੇ ਵਿੱਚ ਸ਼ਾਮਲ ਕੌਣ ਸੀ, ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਵੀ ਹੋਏਗੀ। ਤੇ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਘਟਨਾ ਦੇ ਵਕਤ ਸਿੱਧੂ ਮੂਸੇਵਾਲਾ ਦੀ ਬੁਲਟ ਪ੍ਰੂਫ ਗੱਡੀ ਕਿੱਥੇ ਸੀ, ਉਹਦੇ ਜਿਹੜੇ ਸੁਰੱਖਿਆ ਕਰਮਚਾਰੀ ਸੀ ਉਹ ਨਾਲ ਕਿਉਂ ਨਹੀਂ ਸੀ, ਇਸ ਗੱਲ ਦੀ ਜਾਂਚ ਵੀ ਹੋਊਗੀ। ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਲ ਜਿਹੜੇ ਦੋ ਗਨਮੈਨ ਸੀ, ਕਹਿੰਦੇ ਹੈ ਕਿ ਉਹ ਕਹਿੰਦੇ ਜੀ ਅੱਜ ਅਸੀਂ ਆਰਾਮ ਕਰ ਲਈਏ, ਐਤਵਾਰ ਦੀ ਸ਼ਾਮ ਆਪਣੇ ਪਰਿਵਾਰ ਨਾਲ ਬਿਤਾ ਲਈਏ। ਸਿੱਧੂ ਮੂਸੇਵਾਲੇ ਨੂੰ ਉਹਨਾਂ ਨੂੰ ਛੁੱਟੀ ਦੇ ਦਿੱਤੀ ਤੇ ਸਿੱਧੂ ਮੂਸੇਵਾਲਾ ਉਹ ਆਪਣੇ ਮਿੱਤਰ ਤੇ ਚਚੇਰੇ ਭਰਾ ਦੇ ਨਾਲ ਉਸ ਵਾਰਦਾਤ ਦੇ ਵਕਤ ਇਕੱਲਾ ਸੀ। ਤਿੰਨੋਂ ਜਾਣੇ ਸਨ, ਗਨਮੈਨ ਉਹਨਾਂ ਦੇ ਨਾਲ ਕੋਈ ਨਹੀਂ ਸੀ। ਪਰ ਇਹ ਵੀ ਜਾਣਕਾਰੀ ਨਾਲ ਮਿਲ ਰਹੀ ਹੈ ਕਿ ਜਦੋਂ ਸਿੱਧੂ ਮੂਸੇਵਾਲਾ ਕਦੇ ਵੀ ਆਪਣੇ ਘਰ ਤੋਂ ਬਾਹਰ ਜਾਂਦਾ ਸੀ, ਉਹਦੇ ਨਾਲ ਘੱਟੋ ਘੱਟ 2 ਹੋਰ ਗੱਡੀਆਂ ਜਾਇਆ ਕਰਦੀਆਂ ਸੀ, ਜਿਨ੍ਹਾਂ ਦੇ ਵਿੱਚ ਆਪਣੇ ਪ੍ਰਾਈਵੇਟ ਬੰਦੇ ਵੀ ਹੁੰਦੇ ਸੀ, ਉਹਨਾਂ ਦੇ ਗਨਮੈਨ ਵੀ ਹੁੰਦੇ ਸੀ। ਅਤੇ ਇਹ ਗੱਡੀਆਂ ਜਿਸ ਵਕਤ ਇਹ ਵਾਰਦਾਤ ਵਾਪਰੀ ਹੈ ਉਸ ਵਕਤ ਨਾਲ ਕਿਉਂ ਨਹੀਂ ਸਨ, ਵੱਡਾ ਸਵਾਲ ਹੈ। ਸਿੱਧੂ ਦੇ ਕਤਲ ਤੋਂ ਬਾਅਦ ਬਾਲੀਵੁੱਡ ਦੇ ਵਿੱਚ ਵੀ, ਪੰਜਾਬੀ ਸੰਗੀਤ ਇੰਡਸਟਰੀ ਵਿੱਚ ਵੀ ਅਤੇ ਪੰਜਾਬੀ ਭਾਈਚਾਰੇ ਦੇ ਵਿੱਚ ਵੀ
ਡੂੰਘੀ ਚਿੰਤਾ ਹੈ ਤੇ ਇਸ ਕਤਲ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਵੀ ਹੈ। ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਿੱਧੂ ਮੂਸੇਵਾਲੇ ਦੀ ਮੌਤ ਪੰਜਾਬੀ ਗਾਇਕਾਂ ਦੀ ਆਪਸੀ ਖਹਿਬਾਜ਼ੀ ਦਾ ਨਤੀਜਾ ਹੈ ਜਾਂ ਫਿਰ ਡੀਜੀਪੀ ਦੇ ਕਹਿਣ ਅਨੁਸਾਰ ਗੈਂਗਵਾਰ ਦਾ ਨਤੀਜਾ ਹੈ। ਭਾਵੇਂ ਕੁਝ ਵੀ ਹੋਵੇ, ਇੱਥੇ ਇਹ ਕਹਿਣਾ ਮੁਨਾਸਬ ਹੋਊ ਕਿ ਇੱਕ ਮਾਂ ਤੋਂ ਇੱਕ ਬਾਪ ਤੋਂ ਦਾ ਪੁੱਤ ਖੋਲਿਆ, ਲੱਖਾਂ ਕਰੋੜਾਂ ਫੈਨਸ ਤੋਂ ਉਹਨਾਂ ਦਾ ਇੱਕ ਚਹੇਤਾ ਗਾਇਕ ਕਲਾਕਾਰ ਖੋਲਿਆ। ਜੇ ਇਹ ਸੱਚਮੁੱਚ ਇੱਕ ਗੈਂਗਵਾਰ ਦਾ ਨਤੀਜਾ ਹੈ, ਡੀਜੀਪੀ ਆਖਰੇ ਨਹੀਂ, ਤਾਂ ਫਿਰ ਪੰਜਾਬ ਦਾ ਖੁਫੀਆ ਵਿਭਾਗ ਕੀ ਕਰ ਰਿਹਾ? ਸੁੱਤਾ ਪਿਆ ਹੈ ਕਿ ਉਹਨਾਂ ਨੂੰ ਇਲਮ ਨਹੀਂ ਸੀ ਕਿ ਸਿੱਧੂ ਮੂਸੇਵਾਲੇ ਦੀ ਜਾਨ ਨੂੰ ਖਤਰਾ ਹੈ? ਉਹਦੀ ਰੱਖਿਆ ਕਿਵੇਂ ਕਰਨੀ ਹੈ? ਕੀ ਸੱਚਮੁੱਚ ਉਹਦੇ ਸੁਰੱਖਿਆ ਅਧਿਕਾਰੀ ਵਾਪਸ ਲੈਣੇ ਚਾਹੀਦੇ ਨੇ ਜਾਂ ਨਹੀਂ? ਕਿਉਂਕਿ ਖੁਫੀਆ ਵਿਭਾਗ ਦੀ 1 ਮਹੀਨੇ ਦੇ ਵਿੱਚ ਇਹ ਦੂਸਰੀ ਵੱਡੀ ਨਲਾਇਕੀ ਹੈ। ਕਿਉਂਕਿ ਆਹ ਤਾਂ ਹੁਣ ਤਾਜ਼ਾ ਕਤਲ ਹੋਇਆ ਹੈ। ਇਸ ਤੋਂ ਪਹਿਲਾਂ ਤੁਹਾਨੂੰ ਯਾਦ ਕਰਵਾ ਦਿਆਂ ਕਿ 1 ਮਹੀਨਾ ਹਾਲੇ ਹੋਇਆ ਨਹੀਂ, ਮੋਹਾਲੀ ਦੇ ਵਿੱਚ ਇਹਨਾਂ ਦਾ ਆਪਣਾ ਹੈੱਡਕੁਆਟਰ ਹੈ, ਉੱਥੇ ਰੌਕਟ ਨਾਲ ਹਮਲਾ ਹੋ ਗਿਆ ਸੀ। ਕੰਨੋ ਕੰਨ ਖਬਰ ਨਾ ਉਹਦੀ ਨਾ ਐਸ ਘਟਨਾ ਦੀ। ਇਹ ਕਤਲ ਦੀ ਸਾਰੀ ਵਾਰਦਾਤ CCTV ਕੈਮਰੇ 'ਚ ਵੀ ਕੈਦ ਹੈ ਤੇ ਸਿੱਧੂ ਮੂਸੇਵਾਲੇ ਕੋਲ ਕਹਿੰਦੇ ਹਮੇਸ਼ਾ ਆਪਣਾ ਹਥਿਆਰ ਵੀ ਹੋਇਆ ਕਰਦਾ ਸੀ। ਪਰ ਜਿਸ ਵਕਤ ਮੂਸੇਵਾਲੇ ਦਾ ਕਤਲ ਹੋਇਆ ਹੈ, ਉਸ ਵਕਤ ਉਹ ਆਪਣਾ ਹਥਿਆਰ ਚਲਾ ਨਹੀਂ ਸਕਿਆ, ਕੱਢ ਵੀ ਨਹੀਂ ਸਕਿਆ। ਉਹਦਾ ਕਾਰਨ ਇਹ ਹੈ ਕਿ ਉਹ ਉਸ ਵਕਤ ਆਪਣੀ ਗੱਡੀ ਨੂੰ ਖੁਦ ਡਰਾਈਵ ਕਰ ਰਿਹਾ ਸੀ। ਪਰ ਮੈਂ ਫਿਰ ਯਾਦ ਕਰਵਾ ਦਿਆਂ ਕਿ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਆਖਿਆ ਕਿ ਮੂਸੇਵਾਲੇ ਦੀ ਹੱਤਿਆ ਗੈਂਗਵਾਰ ਦਾ ਨਤੀਜਾ ਹੈ। ਉਹਨਾਂ ਦਾਅਵਾ ਕੀਤਾ ਕਿ ਇਸ ਹੱਤਿਆਕਾਂਡ ਦੇ ਪਿੱਛੇ ਲਾਰੈਂਸ ਬਿਸ਼ਨੋਈ ਗਰੁੱਪ ਅਤੇ ਕੈਨੇਡਾ ਵਿੱਚ ਰਹਿੰਦੇ ਗਾਇਕ ਗੋਲਡੀ ਬਰਾੜ ਦੀ ਕਥਿਤ ਸਾਜ਼ਿਸ਼ ਹੈ। ਉਹਨਾਂ ਨੇ ਇਹ ਵੀ ਆਖਿਆ ਕਿ ਮੂਸੇਵਾਲੇ ਦੀ ਸੁਰੱਖਿਆ ਦੇ ਵਾਸਤੇ ਪੰਜਾਬ ਪੁਲਿਸ ਦੇ 2 ਕਮਾਂਡੋਜ਼ ਤੈਨਾਤ ਸੀ, ਜੋ ਪਿੰਡ ਤੋਂ ਰਵਾਨਾ ਹੁੰਦੇ ਸਮੇਂ ਉਹਨਾਂ ਨੂੰ ਨਾਲ ਨਹੀਂ ਲਿਆ ਗਿਆ। ਉਹਨਾਂ ਇਹ ਵੀ ਕਿਹਾ ਕਿ ਮੂਸੇਵਾਲੇ ਦੇ ਮੈਨੇਜਰਾਂ 'ਚੋਂ ਇੱਕ ਸ਼ਗਨਪ੍ਰੀਤ ਨਾਮ ਦਾ ਯੂਥ ਅਕਾਲੀ ਦਲ ਦੇ ਆਗੂ ਵਿਕਰਮਜੀਤ ਸਿੰਘ ਮਿੱਡੂ ਖੇੜਾ ਦੀ ਮੌਤ ਦੇ ਵਕਤ ਉਹਦੇ ਵਿੱਚ ਸ਼ਾਮਲ ਦੱਸਿਆ ਗਿਆ ਤੇ FIR ਵਿੱਚ ਨਾਮਜ਼ਦ ਕੀਤਾ ਗਿਆ ਤਾਂ ਕਿ ਇਹ ਗੈਂਗਵਾਰ ਦਾ ਨਤੀਜਾ। ਹੁਣ ਸਵਾਲ ਇਸ ਗੱਲ ਦਾ ਹੈ ਕਿ ਕੀ ਸੱਚਮੁੱਚ ਸਿੱਧੂ ਮੂਸੇਵਾਲੇ ਦੀ ਗੈਂਗਸਟਰਾਂ ਦੇ ਨਾਲ ਕੋਈ ਜਾਣਕਾਰੀ ਸੀ? ਇੱਕ ਪਾਸੇ ਤਾਂ ਕਹਿੰਦੇ ਨੇ ਉਹਨਾਂ ਨੂੰ ਧਮਕੀਆਂ ਮਿਲਦੀਆਂ ਸੀ, ਦੂਸਰੇ ਪਾਸੇ ਉਹਨਾਂ ਦੇ ਹੱਕ 'ਚ ਵੀ ਇੱਕ ਗੈਂਗ ਗਰੁੱਪ ਖੜਾ ਹੈ ਤੇ ਦੂਸਰੇ ਪਾਸੇ ਉਹਨਾਂ ਦੇ ਵਿਰੋਧ 'ਚ ਵੀ ਖੜਾ ਹੈ। ਇਹ ਸੱਚਮੁੱਚ ਇੱਕ ਸੁਨੇਹਾ ਵੀ ਹੈ ਸਾਨੂੰ ਕਿ ਜੇ ਅਸੀਂ ਗਾਇਕਾਂ ਤਾਂ ਗਾਇਕ ਬਣ ਕੇ ਰਹੀਏ, ਜੇ ਅਸੀਂ ਲਿਖਾਰੀਆਂ ਤਾਂ ਲਿਖਾਰੀ ਬਣ ਕੇ ਰਹੀਏ, ਜੇ ਖਿਡਾਰੀਆਂ ਤਾਂ ਖਿਡਾਰੀ ਬਣ ਕੇ ਰਹੀਏ, ਜੇ ਅਸੀਂ ਕਿਸੇ ਹੋਰ ਕਿੱਤੇ ਜਾਂ ਖਿੱਤੇ ਨਾਲ ਸੰਬੰਧਿਤ ਹਾਂ ਤਾਂ ਉਹ ਆਪਣਾ ਕੰਮ ਕਰੀਏ ਤਾਂ ਕਿ ਸਾਨੂੰ ਅਣਿਆਈ ਮੌਤੇ ਨਾ ਮਰਨਾ ਪਵੇ। ਪਰ ਹੁਣ ਸਿੱਧੂ ਮੂਸੇਵਾਲਾ ਲੋਕਾਂ ਦੇ ਦਿਲਾਂ 'ਚ ਕਿੰਨੇ ਕੁ ਧੜਕਦੇ ਸੀ। ਦੁਨੀਆ ਦਾ ਅੱਜ ਇਸ ਵਕਤ ਦਾ ਸਭ ਤੋਂ ਵੱਡਾ ਗਵਈਆ ਆਖਿਆ ਜਾ ਸਕਦਾ ਡਰੇਕ ਨੇ ਵੀ ਉਹਨਾਂ ਦੀ ਮੌਤ ਦੇ ਉੱਤੇ ਸਟੋਰੀ ਸਾਂਝੀ ਕੀਤੀ ਹੈ ਅਤੇ ਦੁਨੀਆ ਦੇ ਵਿੱਚ ਹੋਰ ਬਹੁਤ ਸਾਰੇ ਵੱਡੇ ਵੱਡੇ ਸਿਤਾਰਿਆਂ ਨੇ ਉਹਨਾਂ ਦੀ ਮੌਤ ਦੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੂਸਾ ਪਿੰਡ ਜ਼ਿਲ੍ਹਾ ਮਾਨਸਾ ਦਾ ਪਿੰਡ ਮੂਸਾ ਹੀ ਉਦਾਸ ਨਹੀਂ। ਅੱਜ ਸਮੁੱਚੀ ਦੁਨੀਆ ਦੇ ਵਿੱਚ ਪੰਜਾਬੀ ਨੂੰ ਸਮਝਣ ਵਾਲੇ, ਗਾਇਕੀ ਜਿਹੜੀ ਉਹਨਾਂ ਦੇ ਜਾਣਦੇ ਸੀ, ਉਹ ਭਾਵੇਂ ਉਹਨਾਂ ਨੂੰ ਪਸੰਦ ਨਹੀਂ ਵੀ ਸੀ ਕਰਦੇ, ਉਹ ਵੀ ਇੱਥੋਂ ਤੱਕ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਬਹੁਤ ਤਿੱਖੇ ਸਵਾਲ ਕੀਤੇ ਨੇ। ਜੇ ਨਹੀਂ ਸੁਣੇ ਤਾਂ ਆਪਣੇ ਚੈਨਲ ਦੇ ਉੱਤੇ ਉਹਨਾਂ ਦੀ ਵੀਡੀਓ ਪਈ ਆ 8-9 ਕਮੈਂਟ ਦੀ, ਵੇਖਿਓ ਜ਼ਰੂਰ। ਸੱਚਮੁੱਚ ਬਹੁਤ ਤਿੱਖੇ ਸਵਾਲ ਕੀਤੇ ਨੇ। ਉਹਨਾਂ ਨੇ ਸਵਾਲ ਕੀਤਾ ਕਿ ਸਿੱਧੂ ਦਾ ਕਸੂਰ ਦੱਸਦਾ ਮੈਂ ਕੀ ਸੀ। ਉਹ ਕਹਿੰਦੇ ਮੂਸੇਵਾਲੇ ਦਾ ਕਸੂਰ ਇਹ ਸੀ ਕਿ ਉਹਦੀ ਚੜ੍ਹਾਈ ਸੀ। ਜੇ ਉਹਦੀ ਚੜ੍ਹਾਈ ਸੀ ਭਾਈ, ਆ ਮਾਰ ਕੇ ਤਾਂ ਕੰਮ ਸੂਤ ਨਹੀਂ ਨਾ ਆਉਣਾ ਤੇ ਆਪ ਉਹਦੇ ਤੋਂ ਕੋਈ ਵੱਡਾ ਕੰਮ ਕਰਕੇ ਦਿਖਾਓ। ਹੁਣ ਲੋਕ ਸੱਚਮੁੱਚ ਅੱਜ ਉਦਾਸ ਸੀ। ਮੂਸੇ ਪਿੰਡ ਦੇ ਵਿੱਚੋਂ ਖਬਰ ਤਾਂ ਇਹ ਹੈ ਕਿ ਮਾਤਮ ਦਾ ਮਾਹੌਲ ਸੀ, ਗਮਗੀਨ ਮਾਹੌਲ ਸੀ, ਕਿਉਂਕਿ ਮੂਸੇ ਪਿੰਡ ਨੇ ਚੜ੍ਹਦਾ ਸੂਰਜ ਵੀ ਤੱਕਿਆ। ਕੌਮਾਂਤਰੀ ਪੰਦਰ ਤੇ ਮੂਸਾ ਪਿੰਡ ਪਹੁੰਚਿਆ, ਉਹਦੀ ਗੂੰਜ ਪਈ, ਪਰ ਅੱਜ ਉਸੇ ਪਿੰਡ ਨੇ ਉਹ ਡੁੱਬਦਾ ਸੂਰਜ ਵੀ ਅੱਖੀਂ ਤੱਕ ਲਿਆ। ਖਬਰ ਇਹ ਹੈ ਕਿ ਮੂਸਾ ਪਿੰਡ ਦੇ ਵਿੱਚ ਕਿਸੇ ਚੁੱਲ੍ਹੇ 'ਚ ਅੱਗ ਨਹੀਂ ਬਲੀ, ਅੱਖਾਂ ਨਮ ਸੀ, ਚੁਫੇਰੇ ਸੁੰਨ ਪਸਰੀ ਹੋਈ ਸੀ, ਕਿਉਂਕਿ ਇੱਕ ਬੰਦੂਕ ਨੇ, ਇੱਕ ਗੋਲੀ ਨੇ ਇੱਕ ਬਹੁਤ ਚਰਚਿਤ ਗਵਈਆ, ਕਿਸੇ ਦਾ ਨੌਜਵਾਨ ਪੁੱਤਰ ਸਦਾ ਦੀ ਨੀਂਦ ਸੁਆ ਦਿੱਤਾ ਹੈ। ਹੁਣ ਮੂਸੇਵਾਲੇ ਦੇ ਗੀਤਾਂ ਦੇ ਵਿੱਚ ਭਾਵੇਂ ਗਨ ਕਲਚਰ ਹੋਇਆ ਕਰਦਾ ਸੀ, ਉਹਨਾਂ ਤੇ ਦੋਸ਼ ਵੀ ਲੱਗਦੇ ਰਹਿਣਗੇ ਕਿ ਗਨ ਕਲਚਰ ਨੂੰ ਬੜਾਵਾ ਦਿੰਦੇ ਸੀ, ਲੋਕ ਉਹਨਾਂ ਤੇ ਤੰਜ ਵੀ ਕੱਸਦੇ ਸੀ, ਵਿਅੰਗ ਵੀ ਕੱਸਦੇ ਸੀ। ਮੂਸਾ ਪਿੰਡ ਨੇ ਉਹ ਸਾਰੇ ਤਾਨੇ ਵੀ ਸੁਣੇ ਨੇ, ਮਿਹਣੇ ਵੀ ਸੁਣੇ ਨੇ, ਪਰ ਮੂਸਾ ਪਿੰਡ ਨੇ ਦੁਨੀਆ ਦੇ ਕੋਨੇ-ਕੋਨੇ ਆਪਣੀ ਚਰਚਾ ਵੀ ਕਰਾਈ ਹੈ।
ਸਿੱਧਾ ਪੱਧਰਾ ਸੀ, ਗੱਲ ਸਿੱਧੀ ਪੱਧਰੀ ਕਹਿ ਦਿੰਦਾ ਸੀ। ਦਲੇਰ ਸੁਭਾਅ ਦਾ ਮਾਲਕ ਸੀ ਸਿੱਧੂ ਮੂਸੇਵਾਲਾ। ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਿਤਾ ਜੀ ਸਾਬਕਾ ਫੌਜੀ ਹੈ ਤੇ ਮਾਂ ਪਿੰਡ ਦੀ ਸਰਪੰਚ। ਹੁਣ ਦੇਖੋ ਸਿੱਧੂ ਦੀ ਕਿੰਨੀ ਪ੍ਰਸਿੱਧੀ ਹੋ ਗਈ ਸੀ। ਇਹਦੇ ਬਾਵਜੂਦ ਨਾ ਉਹ ਮੋਹਾਲੀ ਗਿਆ, ਨਾ ਉਹ ਚੰਡੀਗੜ੍ਹ ਗਿਆ, ਕੈਨੇਡਾ 'ਚ ਡਿਪਲੋਮਾ ਕੀਤਾ, ਪਰ ਵਾਪਸ ਆਪਣੇ ਪਿੰਡ ਜਾ ਕੇ ਮੂਸੇ ਰਹਿੰਦਾ ਸੀ। ਵਾਦ ਵਿਵਾਦ ਉਹਦੇ ਨਾਲ ਅਕਸਰ ਜੁੜਦੇ ਰਹੇ। ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ, ਜਦੋਂ ਉਹਨੇ ਇਹ ਗੀਤ ਗਾਇਆ ਸੀ ਬੜਾ ਵਿਵਾਦ ਉੱਠਿਆ ਸੀ, ਮੁਆਫੀ ਮੰਗੀ ਸੀ, ਕਿਉਂਕਿ ਉਹਨੇ ਇਸ ਗੀਤ ਦੇ ਵਿੱਚ ਤਸ਼ਬੀਹ ਦਿੱਤੀ ਸੀ ਮਾਤਾ ਭਾਗੋ ਦੇ ਨਾਲ। ਉਸ ਪਹਿਰੇ ਨੂੰ ਹਟਾਉਣਾ ਵੀ ਪਿਆ ਸੀ ਤੇ ਮੁਆਫੀ ਵੀ ਮੰਗਣੀ ਪਈ ਸੀ। ਫਿਰ ਕੋਵਿਡ ਦੇ ਦੌਰਾਨ ਇੱਕ ਸ਼ੂਟਿੰਗ ਰੇਂਜ ਤੇ ਗਏ ਸੀ, ਉੱਥੇ AK-47 ਉਹਦੇ ਹੱਥ ਵਿੱਚ ਚੱਲਦੀ ਤੇ ਕੁਝ ਪੁਲਿਸ ਮੁਲਾਜ਼ਮ ਨਾਲ ਉਹ ਖੜੇ ਨਜ਼ਰ ਆਉਂਦੇ ਸੀ। ਮੁਕੱਦਮਾ ਵੀ ਉਹਦੇ ਖਿਲਾਫ ਦਰਜ ਹੋਇਆ ਸੀ। ਬਾਅਦ ਦੇ ਵਿੱਚ ਸੰਜੂ ਗੀਤ ਆਇਆ, ਉਹ ਸੰਜੂ ਗੀਤ ਆਉਣ ਤੋਂ ਬਾਅਦ ਇੱਕ ਵਾਰੀ ਫਿਰ ਮੁਕੱਦਮਾ ਦਰਜ ਹੋਇਆ ਸੀ। ਵਾਦ ਵਿਵਾਦ ਸਿੱਧੂ ਮੂਸੇਵਾਲੇ ਨਾਲ ਹਮੇਸ਼ਾ ਜੁੜਦੇ ਰਹੇ। ਪਰ ਮੈਂ ਪਹਿਲੇ ਪ੍ਰੋਗਰਾਮ ਵਿੱਚ ਵੀ ਕਿਹਾ ਸੀ ਤੇ ਮੈਂ ਹੁਣ ਵੀ ਕਹਿਣਾ ਕਿ ਹੋ ਸਕਦਾ ਤੁਹਾਡੀ ਮੱਤ ਉਹਦੇ ਨਾਲ ਮੇਲ ਨਾ ਖਾਂਦੀ ਹੋਵੇ, ਤੁਹਾਨੂੰ ਉਹਦੇ ਗੀਤ ਚੰਗੇ ਨਾ ਲੱਗਦੇ ਹੋਣ, ਪਰ ਕਤਲ ਕਰਨਾ ਇਹ ਜਾਇਜ਼ ਨਹੀਂ। ਕਿਸੇ ਦੀ ਸੋਚ ਹੋਰ ਹੋ ਸਕਦੀ ਹੈ, ਤੁਹਾਡੀ ਸੋਚ ਹੋਰ ਹੋ ਸਕਦੀ ਹੈ। ਸੱਚਮੁੱਚ ਪੰਜਾਬੀ ਸੰਗੀਤ ਜਗਤ ਹਿੱਲ ਕੇ ਰਹਿ ਗਿਆ। ਪੰਜਾਬੀ ਸੰਗੀਤ ਜਗਤ ਨੇ ਪਹਿਲਾਂ ਵੀ ਬਹੁਤ ਠੋਕਰਾਂ ਖਾਧੀਆਂ ਨੇ, ਪਰ ਅਸੀਂ ਮੈਨੂੰ ਲੱਗਦਾ ਸੰਭਲੇ ਨਹੀਂ, ਅਸੀਂ ਸਮਝੇ ਨਹੀਂ। ਪਰ ਅੱਜ ਸਾਨੂੰ ਆ ਮੌਤ ਸਿੱਧੂ ਮੂਸੇਵਾਲੇ ਦੀ ਇੱਕ ਫੇਰ ਸੁਨੇਹਾ ਦੇ ਕੇ ਜਾ ਰਹੀ ਹੈ ਕਿ ਪਹਿਲੀ ਗੱਲ, ਅਸੀਂ ਕਿਸੇ ਨੂੰ ਪਿਆਰ ਕਿੰਨਾ ਕਰਦੇ ਹਾਂ, ਕਿਵੇਂ ਕਰਦੇ ਹਾਂ, ਕਿਉਂ ਕਰਦੇ ਹਾਂ, ਆਪ ਸੋਚੀਏ। ਜੇ ਉਹਨਾਂ ਦੇ ਗੀਤਾਂ ਦੇ ਵਿੱਚ ਨੁਕਸ ਨੇ ਤਾਂ ਅਸੀਂ ਉਹਨੂੰ ਸੁਣਦਾ ਕਿਉਂ ਹੈ, ਇਹ ਆਪ ਸੋਚੀਏ। ਕੀ ਕਿਸੇ ਨੂੰ ਧੱਕੇ ਨਾਲ ਕੋਈ ਗੀਤ ਸੁਣਾਉਂਦਾ, ਇਹ ਆਪ ਸੋਚੀਏ। ਤੇ ਦੂਸਰੀ ਗੱਲ, ਕੀ ਕਿਸ ਦੀ ਮੌਤ ਜਾਂ ਕਿਸ ਦੀ ਜਾਨ ਲੈ ਲੈਣ ਦਾ ਕਿਸੇ ਨੂੰ ਕੋਈ ਹੱਕ ਹੈ? ਜੇ ਸੱਚਮੁੱਚ ਉਹਨੇ ਕੋਈ ਗੈਰ ਕਾਨੂੰਨੀ ਗਤੀਵਿਧੀਆਂ ਕੀਤੀਆਂ ਸੀ ਜਾਂ ਉਹਨਾਂ ਵਿੱਚ ਸ਼ਾਮਲ ਸੀ, ਜਿਸ ਤਰ੍ਹਾਂ ਦੋਸ਼ ਲੱਗੇ ਨੇ ਕਿ ਉਹਨਾਂ ਦਾ ਇੱਕ ਮੈਨੇਜਰ ਸੀ ਅਤੇ ਮੈਨੇਜਰ ਨੂੰ ਸਿੱਧੂ ਮੂਸੇਵਾਲੇ ਦੀ ਸ਼ਹਿ ਪ੍ਰਾਪਤ ਸੀ, ਤੇ ਫਿਰ ਇੱਕ ਯੂਥ ਅਕਾਲੀ ਆਗੂ ਦਾ ਕਤਲ ਹੋਇਆ, ਉਹਦੇ ਵਿੱਚ ਉਹ ਨਾਮਜ਼ਦ ਕੀਤਾ ਹੋਇਆ ਸੀ। ਫਿਰ ਇਹਨਾਂ ਤੇ ਦੋਸ਼ ਨੇ ਕਿ ਉਹਨੂੰ ਉਹਨਾਂ ਨੇ ਆਸਟ੍ਰੇਲੀਆ ਭਜਾਉਣ 'ਚ ਜਾਂ ਕੱਢਣ ਦੇ ਵਿੱਚ ਮਦਦ ਕੀਤੀ ਹੈ। ਇਸ ਕਰਕੇ ਉਹਨਾਂ ਦੀ ਹਿੱਟ ਲਿਸਟ ਤੇ ਸੀ। ਜਿਹੜੀ ਉਹਨਾਂ ਨੇ ਇੱਕ ਫੇਸਬੁੱਕ ਪੋਸਟ ਪਾਈ ਆ, ਉਹਦੇ ਵਿੱਚ ਵੀ ਦੱਸਿਆ ਸੀ ਕਿ ਅਸੀਂ ਇਹਨੂੰ ਫੋਨ ਕੀਤਾ ਸੀ ਕਿ ਠੀਕ ਨਹੀਂ, ਸਾਡੇ ਭਰਾ ਦਾ ਕਤਲ ਕਰਵਾਇਆ ਤੂੰ। ਕਹਿੰਦੇ ਅੱਗੋਂ ਇਹ ਕਹਿੰਦਾ ਸੀ ਕੋਈ ਗੱਲ ਨਹੀਂ, ਜਿਵੇਂ ਟੱਕਰਨਾ ਉਵੇਂ ਟੱਕਰ ਲਿਓ, ਤੇ ਫਿਰ ਇਹਨੂੰ ਦੱਸਿਆ ਸੀ ਕਿ ਆਹ ਕੰਮ ਹੋਵੇਗਾ। ਹੁਣ ਸਵਾਲ ਇਸ ਗੱਲ ਦਾ ਹੁੰਦਾ ਕਿ ਜੇ ਸਾਰਾ ਕੁਝ ਪੰਜਾਬ ਪੁਲਿਸ ਨੂੰ ਪਤਾ ਸੀ ਕਿ ਭਾਈ ਆਹ ਗੱਲ ਹੋਈ ਹੈ ਤੇ ਆਹ ਹੋ ਸਕਦੀ ਹੈ, ਤੇ ਫਿਰ ਕਿਸ ਦੀ ਜਾਨ ਦੀ, ਕਿਸ ਦੀ ਮਾਲ ਦੀ ਰਾਖੀ ਕਰਨੀ ਫਰਜ਼ ਵੀ ਬਣਦਾ ਹੈ। ਤੇ ਅਗਲੀ ਖਬਰ, ਹੁਣ ਸਾਡੇ ਹੌਸਲੇ ਕਿੰਨੇ ਕੁ ਵਧੇ ਹੋਏ ਨੇ। ਅੰਮ੍ਰਿਤਸਰ ਦੇ ਹਲਕਾ ਪੂਰਬੀ ਤੋਂ ਜਿੱਤੇ ਸਨ ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਨੂੰ ਹਰਾ ਕੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜਨ ਵਾਲੀ ਜੀਵਨਜੋਤ ਕੌਰ। ਹੁਣ ਖਬਰ ਹੈ ਕਿ ਜੀਵਨਜੋਤ ਕੌਰ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ, ਜਿਸ ਕਰਕੇ ਮਕਬੂਲਪੁਰਾ ਥਾਣਾ ਦੇ ਵਿੱਚ ਇੱਕ ਮੁਕੱਦਮਾ ਦਰਜ ਕਰ ਲਿਆ ਗਿਆ ਤੇ ਉਹਦੀ ਜਾਂਚ ਆਰੰਭ ਦਿੱਤੀ ਹੈ। ਪੁਲਿਸ ਨੇ ਇਸ ਸੰਬੰਧ ਵਿੱਚ ਛੇਹਰਟਾ ਦੇ ਵਿੱਚ ਪੈਰਾਡਾਈਜ਼ ਕਲੋਨੀ ਦੇ ਰਹਿਣ ਵਾਲੇ ਸਿਕੰਦਰ ਸਿੰਘ ਦੇ ਖਿਲਾਫ IT ਐਕਟ ਦੇ ਤਹਿਤ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ਾਂ ਦੇ ਤਹਿਤ ਇਹ ਮੁਕੱਦਮਾ ਦਰਜ ਕੀਤਾ ਹੈ। ਦੱਸਣਾ ਬਣਦਾ ਹੈ ਕਿ ਵਿਧਾਇਕਾ ਜੀਵਨਜੋਤ ਕੌਰ ਨੇ ਇਸ ਸੰਬੰਧ ਦੇ ਵਿੱਚ DGP ਅਤੇ CP ਅਰਨਪਾਲ ਸਿੰਘ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਮੁੱਢਲੀ ਜਾਂਚ ਤੋਂ ਬਾਅਦ ਸਿਕੰਦਰ ਸਿੰਘ ਦੇ ਖਿਲਾਫ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਦਾ ਸਾਈਬਰ ਸੈੱਲ ਵੀ ਸਿਕੰਦਰ ਸਿੰਘ ਦਾ ਸਾਰਾ ਜਿਹੜਾ ਖਾਕਾ ਉਹ ਘੋਖ ਕਰ ਰਿਹਾ, ਪੜਤਾਲ ਕਰ ਰਿਹਾ ਉਹਦੀ, ਕਿਉਂਕਿ ਕੁਝ ਦਿਨ ਪਹਿਲਾਂ ਜਾਣਕਾਰੀ ਮਿਲੀ ਸੀ ਕਿ ਸਿਕੰਦਰ ਸਿੰਘ ਨਾਮ ਦਾ ਇੱਕ ਵਿਅਕਤੀ ਹੈ, ਉਹਨੇ ਆਪਣੀ ਫੇਸਬੁੱਕ ID ਬਣਾਈ, ਉਹਦੇ ਉੱਪਰ ਫਿਰ ਭੱਦੀਆਂ ਤੇ ਅਸ਼ਲੀਲ ਟਿੱਪਣੀਆਂ ਕੀਤੀਆਂ। ਉਹਨੇ ਵਿਧਾਇਕਾ ਦੀ ਕਾਰਸ਼ੈਲੀ ਤੇ ਸਵਾਲ ਚੁੱਕੇ ਜਾ ਸਕਦੇ ਆ, ਪਰ ਜਾਨੋਂ ਮਾਰ ਦੀ ਧਮਕੀ ਨਹੀਂ ਕਿਸੇ ਨੂੰ ਦਿੱਤੀ ਜਾ ਸਕਦੀ। ਅਸ਼ਲੀਲ ਤੇ ਭੱਦੀਆਂ ਟਿੱਪਣੀਆਂ ਨਹੀਂ ਕੀਤੀਆਂ ਜਾ ਸਕਦੀਆਂ, ਭਾਵੇਂ ਸਿੱਧੂ ਮੂਸੇਵਾਲਾ ਤੇ ਭਾਵੇਂ ਇਹਦਾ ਮਤਲਬ ਅਸੀਂ ਜਮਹੂਰੀਅਤ ਦਾ ਕਤਲ ਕਰ ਰਹੇ ਹਾਂ। ਜੇ ਤੁਹਾਨੂੰ ਚੰਗਾ ਨਹੀਂ ਲੱਗਦਾ ਕੋਈ ਗੀਤ ਤਾਂ ਨਾ ਸੁਣੋ। ਕਿਸ ਦੀ ਕਾਰਜਸ਼ੈਲੀ ਤੇ ਸਵਾਲ ਚੁੱਕੇ ਜਾ ਸਕਦੇ ਨੇ, ਪਰ ਕਿਸੇ ਨੂੰ ਜਾਨੋਂ ਮਾਰਨ ਦੀ ਧਮਕੀ ਜਾਂ ਕਿਸੇ ਨੂੰ ਜਾਨੋਂ ਮਾਰਨਾ ਇਹ ਸਾਡੇ ਹੱਥ 'ਚ ਨਾ ਹੈ, ਨਾ ਹੋਣਾ ਚਾਹੀਦਾ। ਹੁਣ ਕੁਝ ਖੁਲਾਸੇ ਹੋ ਗਏ ਹੈ ਕਿ ਇੱਕ ਗੈਂਗਸਟਰ ਗਰੁੱਪ ਨੇ ਜ਼ਿੰਮੇਵਾਰੀ ਲੈ ਲਈ ਹੈ, ਦੂਸਰੇ ਨੇ ਉਹਨਾਂ ਨੂੰ ਧਮਕੀ ਦੇ ਦਿੱਤੀ ਹੈ ਕਿ ਦਿਨ 2 ਦਿਓ, ਇਹਦਾ ਮਤਲਬ ਕਤਲੋਗਾਰਤ ਹੋਏਗੀ। ਤੇ ਦੂਸਰਾ ਇੱਕ ਪਹਿਲੂ ਇਹ ਵੀ ਹੈ ਕਿ ਇੱਕ ਪਾਸੇ ਸੁਰੱਖਿਆ ਘਟਾਈ ਜਾ ਰਹੀ ਹੈ ਔਰ ਲੋਕ ਵੀ ਕਹਿੰਦੇ ਆ ਕਿ VIP ਕਲਚਰ ਸਮਾਪਤ ਹੋਣਾ ਚਾਹੀਦਾ, ਪਰ ਦੂਸਰੇ ਪਾਸੇ ਕਿਤੇ ਇਹ ਤਾਂ ਨਹੀਂ ਕਿ ਕੁਝ ਸਿਆਸੀ ਪਾਰਟੀਆਂ ਚਾਹੁੰਦੀਆਂ ਹੀ ਨਹੀਂ
कि ये जिहड़ा VIP कल्चर खत्म होवे, जे ये VIP कल्चर खत्म हो गया तो फिर सानू कौन पुछू? किते सिद्धू सियासत की भेंट तो नहीं चढ़ गया? बहुत सारे पहलू ने आने वाले दिनों के उम्मीद है कि कुछ होर खबरां इस मसले च निकलणगे ते कारां फड़ियां गईयां ने। जांच की जा रही है कि की ਜਿਹੜੇ उन्होंने नंबर प्लेट लगियां हुई ने, नंबर लगे हुए ने, कि वो असली ने या सब कुछ जाली है। हुण तक कई लोग गिरफ्तार भी किए जा चुके हैं। गिरफ्तार किए जाने तो बाद देखते हैं कि वो जांच पड़ताल दे विच की दसते हैं। सो दोस्तों, ये सी कुल मिला के अपना अज का प्रोग्राम। उम्मीद कर रहे हैं तुहानूं चंगा लग्या होना है। जेकर प्रोग्राम चंगा लग्या है, कृपा करके लाइक और शेयर जरूर कर दिओ। जेकर हाले तक तुसी अपने इस चैनल को सबसक्राइब नहीं किया तो कृपा करके सबसक्राइब ते नोटिफिकेशन वाली घंटी जरूर ऑन कर लेनी। जाण तो पहला परमात्मा के चरणों च अरदास है कि विछड़ी रूह नूं अपने चरणों विच निवास भी देवे अते पिछे रह गए परिवार नूं भाणा मनण दा बल भी बख्शे। जाण तो पहला कहांगा, जिंदगी जिंदा दिली दा नाम है। दविंदर सिंह बैनीपाल नूं आग्या दिओ। सत श्री अकाल। तेरा बराखा।